ਕਤਿਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਕਤਿਕ ਕਰਮ ਕਮਾਵਣੇ, ਦੋਸ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ, ਲਗਨ ਜਨਮ ਮਿਜੋਗ। ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨਾ ਹੋਵਈ, ਲਿਖਿਆ ਤੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੇ ਸਭ ਬਿਯੋਗ। ਨਾਨਕ ਕਉ ਪ੍ਰਭ ਰਾਖ ਲੇਹਿ, ਮੇਰੇ ਸਾਹਿਬ ਬੰਦੀ ਮੋਚ। ਕਤਿਕ ਹੋਵੈ ਸਾਧ ਸੰਗ, ਬਿਨਸਹਿ ਸਭੇ ਸੋਚ। ਕਤਿਕ ਹੋਵੈ ਸਾਧ ਸੰਗ, ਬਿਨਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਕਦਾ ਹੈ ਤੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਸ਼ਬਦ ਵਿੱਚ ਹੁਕਮ ਕੀਤਾ, ਫਰਮਾਨ ਕੀਤਾ, ਬਚਨ ਕੀਤਾ ਹੈ, ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਕੱਤੇ ਦੇ ਮਹੀਨੇ ਵਿੱਚ ਕਰਮ ਕਮਾਵਣੇ, ਜਿਵੇਂ ਦੇ ਕਰਮ ਕਰੋਗੇ ਉਸ ਤਰ੍ਹਾਂ ਦਾ ਫਲ ਮਿਲੇਗਾ। ਮਾੜੇ ਕਰਮ ਕੀਤੇ ਦੇ ਫਲ ਬੁਰਾ ਮਿਲਿਆ ਤੇ ਫਿਰ ਦੋਸ਼ ਨਾ ਕਾਹੂ ਜੋਗ, ਕਿਸੇ ਤੇ ਦੋਸ਼ ਨਾ ਦਿਓ। ਇਹ ਨਾ ਆਖੋ ਵੀ ਇਹ ਮੇਰੇ ਨਾਲ ਮਾੜਾ ਕਿਉਂ ਹੋਇਆ, ਕਿਉਂਕਿ ਤੁਸੀਂ ਕਰਮ ਇਸ ਤਰ੍ਹਾਂ ਦੇ ਕੀਤੇ ਆ। गेहूं ਦੀ ਫਸਲ, ਕਣਕ ਦੀ ਫਸਲ ਜ਼ਿਮੀਂਦਾਰ ਨੇ ਬੀਜੀ ਤੇ ਕਣਕ ਆਟਾ ਘਰੇ ਆਏਗਾ। ਜੋ ਫਸਲ ਬਾਹਰ ਬੀਜੀ ਹੈ ਭੰਡਾਰ ਉਹ ਹੀ ਘਰ ਹੋਣਾ। ਅਸੀਂ ਜੋ ਆਪਣੇ ਜੀਵਨ 'ਚ ਕਰਮ ਕਮਾਇਆ ਉਹ ਹੀ ਸਾਨੂੰ ਮਿਲਣਾ ਹੈ। ਰੋਜ਼ ਪੜ੍ਹਦੇ ਆ, ਆਪੇ ਬੀਜ ਆਪੇ ਹੀ ਖਾਓ। ਆਪ ਬੀਜਣਾ ਤੇ ਆਪ ਹੀ ਖਾਣਾ। ਬਚਨ ਹੈ ਜੈਸਾ ਜੇਖਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਜੇਹਾ ਬੀਜੈ ਸੋ ਲੁਣੈ, ਜਿਵੇਂ ਦਾ ਬੀਜਾਂਗੇ ਉਵੇਂ ਦਾ ਵੱਢ ਲਾਂਗੇ, ਉਸ ਤਰ੍ਹਾਂ ਦਾ ਲੁਣਾਂਗੇ, ਉਸ ਤਰ੍ਹਾਂ ਦਾ ਛਕਣ ਛਕਾਉਣ ਨੂੰ ਪਦਾਰਥ ਮਿਲੇਗਾ। ਭੰਡਾਰ ਉਹ ਹੋਏਗਾ ਜੋ ਬੀਜਿਆ। ਆਸਾ ਦੀ ਵਾਰ ਵਿੱਚ ਸਿੱਖ ਰੋਜ਼ ਪੜ੍ਹਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬੀਜਿਆ ਬਿਖ ਹੈ, ਜ਼ਹਿਰ ਹੈ, ਮੰਗਦਾ ਅੰਮ੍ਰਿਤ। ਇਹ ਕਿਵੇਂ ਦਾ ਨਿਆਂ ਹੋਇਆ, ਇਹ ਕਿਸ ਤਰ੍ਹਾਂ ਦਾ ਫੈਸਲਾ ਹੋਇਆ? ਇਹ ਨਹੀਂ ਨਾ ਹੋ ਸਕਦਾ। ਜੋ ਬੀਜਿਆ ਮਿਲੇਗਾ ਤੇ ਉਹ ਬੀਜੈ ਬਿਖ, ਕਤਿਕ ਕਰਮ ਕਮਾਵਣੇ।
ਬੀਜੈ ਬਿਖ, ਬਿਖ ਮੀਨ ਜ਼ਹਿਰ, ਬੀਜੈ ਬਿਖ ਮੰਗੈ ਅੰਮ੍ਰਿਤ, ਮੰਗਦਾ ਅੰਮ੍ਰਿਤ ਹੈ, ਬੀਜੋ ਅੰਮ੍ਰਿਤ ਕਦੇ ਜ਼ਹਿਰ ਨਹੀਂ ਮਿਲਦੀ, ਅੰਮ੍ਰਿਤ ਦਾ ਫਲ ਅੰਮ੍ਰਿਤ ਹੀ ਮਿਲਦਾ। ਪਰ ਇੱਕ ਗੱਲ ਹੋਰ ਹੈ, ਅੰਮ੍ਰਿਤ ਬੀਜ ਕੇ ਕਦੇ ਇਹ ਨਾ ਆਖੂ ਵੀ ਦੁਨੀਆ ਆਖੇ ਵੀ ਵਾਹ ਵੀ ਅੰਮ੍ਰਿਤ ਬੀਜ ਰਿਹਾ ਵੀ। ਚੰਗਾ ਕਰਮ ਕਰਕੇ ਚੰਗੇ ਮਾਰਗ ਤੇ ਤੁਰ ਕੇ ਇਹ ਆਸ ਕਦੇ ਨਾ ਰੱਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਲੋਕ ਕਹਿਣਗੇ ਵੀ ਬਹੁਤ ਚੰਗਾ ਹੈ। ਚੰਗਾ ਕਰਮ ਕਰਦਾ ਰਹੇ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਮਾਰਗ ਨਹੀਂ ਛੱਡਣਾ। ਤੇ ਆਖ ਵੀ ਹਮ ਤਨ ਦਿਓ ਹੈ ਢਾਰ, ਮੈਂ ਇਹ ਤਨ ਇਹ ਸਰੀਰ ਮੇਰੇ ਸਤਿਗੁਰੂ ਤੇਰੀ ਸੇਵਾ ਵਿੱਚ ਲਾਤਾ, ਮੈਂ ਜੁੜੇ ਰਹਿਣਾ। ਕੋਈ ਚੰਗਾ ਆਖੇ ਕੋਈ ਮੰਦਾ ਆਖੇ, ਆਪਣਾ ਮਾਰਗ ਨਹੀਂ ਛੱਡਣਾ। ਅੰਮ੍ਰਿਤ ਬੀਜਦਿਆ ਹੋਇਆ ਇਹ ਨਹੀਂ ਆਖਣਾ ਵੀ ਲੋਕ ਆਖਣ ਵੀ ਬੜਾ ਵਧੀਆ ਅੰਮ੍ਰਿਤ ਬੀਜ ਰਿਹਾ, ਵੀ ਬੜੇ ਚੰਗੇ ਕਰਮ ਕਰ ਰਿਹਾ, ਇਹ ਕਦੇ ਆਸ ਨਹੀਂ ਰੱਖਣੀ। ਜੇਕਰ ਇਹ ਮਨ ਚਾਹੇਗਾ ਫਿਰ ਹਉਮੈ ਆ ਜਾਏਗੀ ਤੇ ਉਹਨਾਂ ਕੀਤੇ ਹੋਏ ਚੰਗੇ ਕਰਮਾਂ ਦਾ ਅਸਲੀਅਤ ਫਲ ਨਹੀਂ ਮਿਲੇਗਾ। ਪਰ ਜੇਕਰ ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ। ਹਜ਼ੂਰ ਕਹਿੰਦੇ ਵੇਖੋ ਕਿਵੇਂ ਦਾ ਨਿਆਂ ਹੈ। ਬੰਦਾ ਬੀਜਦਾ ਜ਼ਹਿਰ ਪਿਆ ਹੈ, ਮੰਗਦਾ ਅੰਮ੍ਰਿਤ ਹੈ, ਨਹੀਂ ਹੋਏਗਾ, ਇਹ ਕਦਾਚਿਤ ਨਹੀਂ ਹੋਣਾ। ਅੰਮ੍ਰਿਤ ਦਾ ਫਲ ਅੰਮ੍ਰਿਤ ਵਾਸ ਮਿਲੇਗਾ। ਚੰਗੇ ਕਰਮ ਕਰੋ, ਚੰਗੇ ਕਰਮ ਚੰਗਾ ਫਲ ਮਿਲੇਗਾ। ਇੱਕ ਹੋਰ ਹੈ ਬਾਤ, ਉਹ ਵੀ ਆਪ ਜੀ ਨਾਲ ਸਾਂਝੀ ਕਰਦੇ ਹਾਂ ਸਾਧ ਸੰਗਤ ਜੀ। ਅਸੀਂ ਅਕਸਰ ਕਹਿ ਦਿੰਦੇ ਆ ਫਲਾਣੇ ਬੰਦੇ ਦੇ ਕੰਮ ਚੰਗੇ ਨਹੀਂ, ਭਾਗ ਚੰਗੇ ਨਹੀਂ, ਵਾਹਿਗੁਰੂ ਕਰਮ ਚੰਗੇ ਨਹੀਂ, ਪਰ ਭਾਗ ਕਿੱਡਾ ਵੱਡਾ ਲੱਗਿਆ ਹੋਇਆ, ਕੰਮ ਕਿੱਡਾ ਵਧੀਆ ਚੱਲਦਾ ਹੈ, ਕਿਸੇ ਚੀਜ਼ ਦੀ ਤੋੜ ਨਹੀਂ ਹੈਗੀ, ਇਹ ਕਹਿੰਦੇ ਅਸੀਂ। ਉਹ ਜਿਹੜਾ ਕੁਝ ਅੱਜ ਖਾ ਰਿਹਾ ਨਾ, ਗੁਰਮਤਿ ਇਹ ਗੱਲ ਕਹਿੰਦੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਬਚਨ ਕਹਿੰਦੇ ਹੈ, ਗੁਰੂ ਸਾਹਿਬ ਦਾ ਇਤਿਹਾਸ ਸਾਡੀ ਗਵਾਹੀ ਸਾਖੀ ਹੈ। ਉਹ ਜਿਹੜਾ ਅੱਜ ਕੁਝ ਨੂੰ ਪ੍ਰਾਪਤ ਹੋ ਰਿਹਾ, ਪਿਛਲੇ ਕੀਤੇ ਹੋਏ ਕਰਮ ਨੇ, ਤੇ ਅੱਜ ਜੇ ਮਾੜੇ ਕਰ ਰਿਹਾ ਅੱਗੇ ਫਿਰ ਭੁੱਖਾ ਰਹੇਗਾ, ਫਿਰ ਕੀ ਖਾਏਗਾ। ਪਿਛਲੇ ਕੀਤੇ ਹੋਏ ਕਰਮ ਹੁਣ ਚੰਗਾ ਮਿਲ ਰਿਹਾ ਹੈ, ਹੁਣ ਮਾੜੇ ਕਰ ਰਿਹਾ ਤੇ ਇਹ ਸਮਾਪਤ ਹੋ ਜਾਣਗੇ, ਫਿਰ ਅੱਗੇ ਕੀ ਕਰੇਗਾ। ਪਿਛਲੇ ਕੀਤੇ ਹੋਏ ਕਰਮ ਨੇ ਹੁਣ ਚੰਗਾ ਮਿਲ ਰਿਹਾ, ਹੋਰ ਚੰਗਾ ਕਰੋ, ਹੋਰ ਚੰਗਾ ਹੋ ਜਾਏਗਾ। ਕਿਸੇ ਵੱਲ ਵੇਖ ਕੇ ਇਹ ਨਾ ਡੁੱਲੀਏ ਵੀ ਉਹ ਬੰਦਾ ਕੰਮ ਤੇ ਉਹਦੇ ਕਰਮ ਤੇ ਮਾੜੇ ਨੇ, ਪਰ ਉਹਨੂੰ ਭਾਗ ਬੜਾ ਵੱਡਾ ਲੱਗਾ ਹੋਇਆ, ਪਿਛਲੇ ਭਾਗਾਂ ਦਾ ਭਾਗ ਲੱਗਾ। ਜਦੋਂ ਭਾਗ ਸਮਾਪਤ ਹੁੰਦੇ ਤੇ ਉਹ ਲੋਕ ਰੋਡ ਤੇ ਆਏ ਵੀ ਵੇਖੇ ਆ, ਉਹ ਮੰਗਦੇ ਫਿਰਦੇ ਜਗਤ ਮਹਿ। ਸੁਲਤਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਸੁਲਤਾਨ ਮਿੱਟੀ 'ਚ ਰੁਲ ਗਏ, ਕਰਮ ਮਾੜੇ ਕੀਤੇ। ਨਦਰੋ ਪੱਠੀ ਜੇ ਕਰੇ ਸੁਲਤਾਨਾ, ਕਾਹੋ ਕਰਾਇੰਦਾ ਦਰ ਮੰਗਣ ਪਿੱਖ ਨਾ ਪਾਇੰਦਾ। ਇਦੂਗਾ ਹੋਰ ਕੀ ਸਮਝਣਾ। ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਪਿਓ ਨੂੰ ਕੈਦ 'ਚ ਪਾਲਿਆ, ਕਿਉਂਕਿ ਸਾਰੀ ਉਮਰ ਬਾਦਸ਼ਾਹਤ ਤਾਂ ਮਿਲੀ ਸੀ, ਕਰਮ ਚੰਗਾ ਨਹੀਂ ਸੀ ਕੀਤਾ। ਚੰਗੇ ਕਰਮ ਪਿਛਲੇ ਸਮਾਪਤ ਹੋ ਗਏ ਤੇ ਆਪਣਾ ਪੁੱਤਰ ਹੀ ਖੂਨ ਦਾ ਪਿਆਸਾ ਹੋ ਗਿਆ। ਚੰਗੇ ਕਰਮ ਕਰਾਂਗੇ, ਆਪਣੇ ਜਿਹੜੇ ਬੁਰਾ ਕਰ ਰਹੇ ਨੇ ਉਹ ਵੀ ਮਿੱਤਰ ਹੋ ਜਾਣਗੇ। ਧਰੂ ਨੇ ਪੁੱਛਿਆ ਸੀ ਆਪਣੀ ਮਾਂ ਨੂੰ, ਮਾਂ ਮੈਨੂੰ ਪਿਤਾ ਦੀ ਗੋਦ ਕਿਵੇਂ ਮਿਲੇ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਕਿਮ ਹੋਵਣ ਮੀਤਾ। ਭਾਈ ਗੁਰਦਾਸ ਸਾਹਿਬ ਤੇ ਮਾਂ ਨੇ ਆਖਿਆ ਸੀ, ਬੇਟਾ ਆਹ ਕਰਮ ਕਮਾ, ਪਰਮੇਸ਼ਰ ਆਰਾਧੀਐ, ਰੱਬ ਦੀ ਬੰਦਗੀ ਮੇਰੇ ਪੁੱਤਰ ਵੱਡੀ ਹੋ, ਮੇਰੇ ਲਾਲ ਪਰਮੇਸ਼ਰ ਦੀ ਬੰਦਗੀ ਕਰ, ਵਾਹਿਗੁਰੂ ਦੇ ਨਾਮ ਨਾਲ ਜੁੜ। ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਿਤ ਪੁਨੀਤਾ। ਰੱਬ ਨੂੰ ਜਪਿਆ ਪਤਿਤ ਮਨ ਜਿਹੜਾ ਪਵਿੱਤਰ ਹੋ ਜਾਂਦਾ। ਰੱਬ ਨੂੰ ਜਪ, ਇਹ ਰਾਜ ਭਾਗ ਕੀ ਤਲੋਕੀ ਦਾ ਰਾਜ ਤੈਨੂੰ ਪਰਮੇਸ਼ਰ ਦੇ ਦੇਗਾ।
ਕਿੱਡਾ ਵੱਡਾ ਰਾਜ ਮਿਲਿਆ, ਪਿਤਾ ਦਾ ਰਾਜ ਮਿਲ ਗਿਆ ਉਹਨਾਂ ਨੂੰ। ਫਿਰ ਪਿਤਾ ਦੇ ਰਾਜ ਵਾਸਤੇ, ਪਿਤਾ ਦੀ ਗੋਦ ਵਾਸਤੇ ਉਹਨਾਂ ਗੱਲ ਕਹੀ ਸੀ ਮਾਂ ਨੂੰ ਵੀ ਕਿਵੇਂ ਮਿਲੇਗੀ ਗੋਦ ਇਹ। ਉਹਨੇ ਆਖਿਆ ਤਰਲੋਕੀ ਦਾ ਰਾਜ ਮਿਲ ਜਾਏਗਾ, ਰੱਬ ਨੂੰ ਜਪੇਗਾ। ਕਿੱਡਾ ਵੱਡਾ ਰਾਜ ਮਿਲਿਆ। ਭਗਤ ਨਾਮਦੇਵ ਸਾਹਿਬ ਜੀ ਦਾ ਬਚਨ ਮੈਂ ਭੁੱਲਾ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਸਤਿਗੁਰੂ ਕਹਿੰਦੇ ਜਹਾਂ ਜਹਾਂ ਧਰੂ ਨਾਰਦ ਟੇਕੈ ਨਹਿ ਟਕਾਵ ਮੋਹਿ। ਕਹਿੰਦੇ ਥੋੜੀ ਜਿਹੀ ਥਾਂ ਕਿਤੇ ਰੱਬ ਜੀ ਦੇ ਦਿਓ, ਜਿੱਥੇ ਤੁਸੀਂ ਧਰੂ ਤੇ ਨਾਰਦ ਜੀ ਨੂੰ ਰੱਖਿਆ ਹੋਇਆ, ਉਹ ਕਿਹੜਾ ਥਾਂ ਹੈ? ਸੱਚਖੰਡ ਵਸੈ ਨਿਰੰਕਾਰ, ਆਪਣੇ ਕੋਲ ਟੇਕਿਆ ਹੋਇਆ, ਕਰ ਕਰ ਵੇਖੈ ਨਦਰ ਨਿਹਾਲ। ਉਹਨੂੰ ਜਿਹਨੂੰ ਦਰਗਾਹ ਆਖਿਆ ਬਾਣੀ ਵਿੱਚ, ਉੱਥੇ ਗਏ ਹੋਏ। ਉਹ ਚੰਗੇ ਕਰਮ, ਉੱਚੇ ਕਰਮ ਉਹਨਾਂ ਨੇ ਜੇ ਬਚਪਨ ਵਿੱਚ ਆਰਾਧਨਾ ਭਗਤ ਜੀ ਨੇ ਕੀਤੀ, ਪਰਮੇਸ਼ਵਰ ਨੂੰ ਜਪਿਆ ਤੇ ਰੱਬ ਤੱਕ ਪਹੁੰਚ ਗਏ, ਵਾਹਿਗੁਰੂ ਵਿੱਚ ਭੇਦ ਹੋ ਗਿਆ। ਚੰਗੇ ਕਰਮਾਂ ਦਾ ਫਲ ਵੀ ਮਿਲਦਾ ਹੈ, ਬੁਰਿਆਂ ਦਾ ਵੀ ਮਿਲੇਗਾ। ਕਰਮ ਤੇਰੇ ਆਪਣੇ ਹੱਥ ਵਿੱਚ ਨੇ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤੂੰ ਕੀ ਕਮਾਉਣਾ ਹੈ। ਮਾੜੇ ਕਰਮ ਕਰਕੇ ਆਖੇ ਵੀ ਫਲ ਪਤਾ ਨਹੀਂ ਕਿੱਥੋਂ ਮਾੜਾ ਮਿਲ ਗਿਆ, ਇਹ ਗੱਲ ਨਾ ਕਹਿ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆ। ਇਹ ਗੱਲ ਹੁਣ ਐਕਸੈਪਟ ਕਰ, ਪ੍ਰਵਾਨ ਕਰ ਲੈ ਇਸ ਨੂੰ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਦੂਜੇ ਨੂੰ ਦੋਸ਼ ਨਾ ਦੇ, ਜੋ ਮੈਂ ਕੀਤਾ ਉਹ ਮੈਂ ਪਾ ਲਿਆ ਹੈ, ਉਹ ਮੈਨੂੰ ਪ੍ਰਾਪਤੀ ਹੋ ਗਈ। ਇਹ ਮੰਨਦੇ ਨਹੀਂ। ਵੈਸੇ ਬੁਰੇ ਕਰਮ ਕਰਕੇ ਤੇ ਫਿਰ ਕਹਿੰਦੇ ਵੀ ਮਾੜਾ ਫਲ ਕਿਉਂ ਮਿਲਿਆ। ਕੀਤੇ ਹੋਏ ਮਾੜੇ ਕਰਮ ਦਾ ਕਿਤੇ ਨਾ ਕਿਤੇ ਮਾੜਾ ਫਲ ਮਿਲੇਗਾ, ਚੰਗੇ ਕੀਤੇ ਹੋਏ ਕਰਮ ਦਾ ਚੰਗਾ ਫਲ ਵੀ ਮਿਲੇਗਾ। ਬੀਜੈ ਬਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਆਓ। ਇਹ ਕਿੱਧਰ ਦਾ ਨਿਆਂ? ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਵੀ ਬੀਜਿਆ ਬਿਖ ਬੀਜੀ ਜ਼ਹਿਰ ਤੇ ਆਖੇ ਵੀ ਅੰਮ੍ਰਿਤ ਮਿਲ ਜਾਏ, ਨਹੀਂ ਮਿਲਦਾ। ਬੇਅੰਤ ਹੀ ਪ੍ਰਮਾਣ ਨੇ ਗੁਰਬਾਣੀ ਦੇ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੱਟ ਨੇ ਖੇਤੀ ਬੀਜੀ, ਆਪਣੇ ਖੇਤ ਵਿੱਚ ਕਿੱਕਰਾਂ ਦੇ ਬੂਟੇ ਲਾ ਬੈਠਾ। 16 ਟਿੱਕੀਆਂ 16 ਪ੍ਰਗਟ ਹੋਈਆਂ, ਪੈਰ ਪਾਟੇ ਤੇ ਆਖਿਆ ਹੈ ਰੱਬਾ ਇਹਨਾਂ ਕਿੱਕਰਾਂ ਨੂੰ ਕਿਤੇ ਬਜੌਰ ਦੀਆਂ ਦਾਖਾਂ ਲੱਗ ਜਾਣ। ਬਜੌਰ ਇੱਕ ਇਲਾਕਾ ਹੈ, ਉਹਦੇ ਦਾਖਾਂ ਬੜੀਆਂ ਪ੍ਰਸਿੱਧ ਨੇ, ਫੇਮਸ ਨੇ, ਮਸ਼ਹੂਰ ਨੇ। ਆਖਿਆ ਬਜੌਰ ਦੀਆਂ ਦਾਖਾਂ ਕਿਉਂ ਨਹੀਂ ਲੱਗਦੀਆਂ? ਬਾਬਾ ਫਰੀਦ ਸਾਹਿਬ ਕਹਿੰਦੇ ਏਦਾਂ ਨਹੀਂ। ਦੋ ਤਿੰਨ ਉਦਾਹਰਨਾਂ ਉਹਨਾਂ ਠੇਠ ਦਿੱਤੀਆਂ। ਆਖਿਆ ਵੀ ਕਿੱਕਰ ਬੀਜੇ ਨੇ ਤੇ ਕੰਡੇ ਹੀ ਮਿਲਣਗੇ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ। ਜੱਟ ਨੇ ਫਸਲ ਤੇ ਕਿੱਕਰਾਂ ਦੀ ਬੀਜੀ ਹੈ ਤੇ ਬਜੌਰ ਦੀਆਂ ਦਾਖਾਂ ਮਿਲੇ, ਕਦੇ ਨਹੀਂ ਹੋਣਗੀਆਂ। ਬਜੌਰ ਦੀਆਂ ਦਾਖਾਂ ਮਿਲਣ, ਬੀਜੇ ਕਿੱਕਰ ਨੇ ਤੇ ਕੰਡੇ ਹੀ ਮਿਲਣਗੇ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ। ਅੱਗੇ ਇੱਕ ਹੋਰ ਬੜੀ ਪਿਆਰੀ ਗੱਲ ਆਖੀ ਹੈ, ਬਚਨ ਕਹੇ ਉਹਨੇ ਹੰਡਾ ਉਨ ਕਤਾਇਨ ਦਾ ਪੈਂਦਾ ਲੋੜੈ ਪੱਟ। ਹੰਡ ਦਾ ਪਿਆ ਉਨ ਨੂੰ, ਕੱਤ ਦਾ ਉਨ ਪਿਆ ਤੇ ਕਹਿੰਦਾ ਰੇਸ਼ਮ ਦੀਆਂ ਡੋਰਾਂ ਬਣ ਜਾਣ। ਉਨ ਨੇ ਫਿਰ ਉਨ ਕੱਤੀ ਤੇ ਉਨ ਹੀ ਮਿਲਣੀ, ਰੇਸ਼ਮ ਥੋੜਾ ਮਿਲਣਾ। ਹੰਡਾ ਉਨ ਕਤਾਇਨ ਦਾ ਪੈਂਦਾ ਲੋੜੈ ਪੱਟ। ਪੈਂਦਾ ਲੋੜ ਦਾ ਹੈ, ਮਨ ਵਿੱਚ ਖਿਆਲ ਕਰਦਾ ਪੱਟ ਦੀਆਂ ਡੋਰਾਂ ਮਿਲ ਜਾਣ, ਰੇਸ਼ਮ ਮਿਲ ਜਾ। ਰੇਸ਼ਮ ਕਿੱਥੋਂ ਪ੍ਰਾਪਤ ਹੋਏਗਾ? ਉਨ ਕੱਤੀ ਤੇ ਉਨ ਦੇ ਗਲੋਟੇ, ਉਨ ਦੇ ਪਿੰਨੇ ਹਾਸਲ ਹੋਣਗੇ। ਜਿਹੜਾ ਕਿਤੇ ਕਰਮ ਕੀਤਾ ਹੈ ਉਹਦਾ ਫਲ ਉਹਦਾ ਜ਼ਰੂਰ ਸਾਨੂੰ ਮਿਲੇਗਾ। ਕਿਸੇ ਸਾਧੂ ਪੁਰਖ ਦੀ ਸੱਜੀ ਬਾਹ ਮੋਢੇ ਤੋਂ ਕਿਸੇ ਰਾਜੇ ਨੇ ਵਢਾ ਦਿੱਤੀ, ਧੱਕੇ ਮਾਰ ਕੇ ਰਾਜ ਚੋਂ ਬਾਹਰ ਕੱਢ ਦਿੱਤਾ। ਆਪਣੀ ਪੰਗਤ ਦੇ ਸਾਧੂਆਂ ਵਿੱਚ ਕਿਤੇ ਗਿਆ, ਮਿਲਿਆ। ਉਹਨਾਂ ਆਖਿਆ ਬੰਦਗੀ ਦਾ ਕੀ ਖਿਆਲ ਹੈ? ਕਹਿੰਦਾ ਸਾਰੀ ਉਮਰ ਬੰਦਗੀ ਕੀਤੀ ਹੈ, ਸਿਲਾ ਆ ਮਿਲਿਆ ਕਿ ਇੱਕ ਰਾਜੇ ਨੇ ਬਾਹ ਵੱਢ ਦਿੱਤੀ ਹੈ। ਕੀ ਲੋੜ ਹੈ ਰੱਬ ਨੂੰ ਆਰਾਧਨ ਦੀ? ਵੱਡੇ ਸਾਧੂ ਸਨ, ਮਹਾਤਮਾ ਸਨ,
ਉਹਨਾਂ ਆਖਿਆ ਸੱਜਣਾ ਗਿਲਾ ਨਾ ਕਰ, ਤੇਰਾ ਕੀਤਾ ਹੋਇਆ ਕਰਮ ਹੀ ਤੇਰੇ ਅੱਗੇ ਆਇਆ। ਜਿਹੜਾ ਕਰਮ ਕੀਤਾ ਸੀ ਉਹ ਤੁਲ ਬੰਦਗੀ ਨਹੀਂ ਸੀ ਹੋਈ, ਉਹ ਕਰਮ ਮਿਟਦਾ। ਮਾੜਾ ਕੀਤਾ ਹੋਇਆ ਕਰਮ ਅੱਗੇ ਆਇਆ। ਤੂੰ ਅੱਜ ਤੁਰਿਆ ਪਿੱਛੇ ਕੀ ਕਮਾਇਆ? ਉਹ ਕਹਿੰਦਾ ਮੈਂ ਤੇ ਜਦੋਂ ਦਾ ਤੁਰਿਆ ਮੈਂ ਤੇ ਚੰਗੇ ਕਰਮ ਤੋਂ ਬਿਨਾ ਕੁਝ ਹੋਰ ਕੀਤਾ ਹੀ ਨਹੀਂ। ਉਹਨੇ ਕਿਹਾ ਹੈ ਤੂੰ ਪਿਛਲੇ, ਹੁਣ ਸੁਣ ਲਾ ਗਾਥਾ, ਪਿਛਲੇ ਜਨਮ ਵਿੱਚ ਵੀ ਤੂੰ ਸਾਧੂ ਸੈਂ, ਇੱਕ ਜੰਗਲ 'ਚ ਬੈਠਾ ਬੰਦਗੀ ਕਰ ਰਿਹਾ ਸੀ। ਛੋਟੀ ਗੱਲ ਕਹਿ ਕੇ ਮੈਂ ਸੰਪੰਨਤਾ ਵੱਲ ਆਵਾਂ। ਬੰਦਗੀ ਕਰ ਰਿਹਾ ਸੈਂ, ਅੱਖਾਂ ਖੁੱਲੀਆਂ ਹੋਈਆਂ ਵੇਖ ਰਿਹਾ ਸੈਂ, ਮੁਖ ਵਿੱਚ ਰਾਮ ਰਾਮ ਸੀ। ਇੱਕ ਗਾਂ ਤੇਰੇ ਕੋਲੋਂ ਦੌੜ ਕੇ ਲੰਘੀ, ਉਹਦੇ ਪਿੱਛੇ ਕਸਾਈ ਲੱਗਾ ਹੋਇਆ ਸੀ। ਉਹਨੇ ਪੁੱਛਿਆ ਬਾਬਾ ਇੱਧਰ ਕੋਈ ਗਾਂ ਤੇ ਨਹੀਂ ਗਈ? ਤੇ ਤੂੰ ਮੁਖੋਂ ਤੇ ਅੱਲਾ ਦੀ ਇਬਾਦਤ ਕਰ ਰਿਹਾ ਸੈਂ, ਰਾਮ ਨੂੰ ਜਪ ਰਿਹਾ ਸੈਂ, ਪ੍ਰਭੂ ਨੂੰ ਆਰਾਧ ਰਿਹਾ ਸੈਂ, ਮੂੰਹੋਂ ਤਾਂ ਨਹੀਂ ਬੋਲਿਆ ਪਰ ਹੱਥ ਦਾ ਇਸ਼ਾਰਾ ਕਰਦਾ, ਕਹਿੰਦਾ ਇੱਧਰ ਨੂੰ ਗਈ ਹੈ। ਤੇਰੀ ਬਾਹ ਨੇ, ਤੇਰੇ ਹੱਥ ਨੇ ਇਹ ਮਾੜਾ ਕਰਮ ਬੋਲਿਆ। ਹੁਣ ਕੀ ਹੋਇਆ? ਉਹ ਦੱਸੋ ਫਿਰ ਬਾਹ ਕੱਟੀ ਕਿਵੇਂ ਗਈ? ਕਹਿੰਦਾ ਬੰਦਗੀ ਕਰ ਰਿਹਾ ਸਾਂ, ਜੰਗਲ ਵਿੱਚ ਬੈਠਾ ਹੋਇਆ ਇੱਕ ਰਾਜਾ ਆਪਣੇ ਘਰ ਲੈ ਗਿਆ। ਕਹਿੰਦਾ ਸਾਧੂ ਪੁਰਖੋ ਆਓ, ਥੋੜੇ ਦਿਨ ਸੰਗਤ ਦਿਓ। ਮੈਂ ਚਲਾ ਗਿਆ। ਉਹਦੇ ਰਾਜਕੁਮਾਰ ਦਾ ਨਵਾਂ ਨਵਾਂ ਵਿਆਹ ਹੋਇਆ, ਸ਼ਾਦੀ ਹੋਈ ਸੀ। ਜਿੱਥੇ ਮੈਨੂੰ ਟਿਕਾਇਆ ਬੰਗਲੇ ਵਿੱਚ, ਮਹੱਲ ਵਿੱਚ, ਉਹਦੇ ਸਾਹਮਣੇ ਹੀ ਉਹ ਬੇਟੀ ਬੇਟੇ ਦਾ ਕਕਸ਼ ਸੀ, ਕਮਰਾ ਸੀ। ਉਹ ਦੋਵੇਂ ਜੀ ਬੈਠੇ ਹੋਏ ਸੀ। ਰਾਜਕੁਮਾਰ ਲੇਟਿਆ ਹੋਇਆ ਸੀ, ਉੱਪਰ ਇੱਕ ਕਟਾਰ, ਇੱਕ ਕਿਰਪਾਨ ਟੰਗੀ ਹੋਈ ਸੀ ਜਿਹਨੂੰ ਜ਼ਹਿਰ ਦੀ ਪੁੱਠ ਲੱਗੀ ਸੀ। ਉਹ ਬੀਬਾ, ਉਹਦੀ ਪਤਨੀ ਜਿਹੜੀ ਸੱਜ ਵਿਆਹੀ ਆਈ, ਉਹ ਬੇਟੀ ਉਹ ਕਿਰਪਾਨ ਉਤਾਰਨ ਲੱਗੀ। ਉਹ ਕਹਿੰਦਾ ਇਹਨੂੰ ਛੇੜੀ ਨਾ, ਜੇ ਨਿਕਲ ਗਈ ਕਿ ਲੱਗ ਗਈ ਤੇ ਇਹਨੂੰ ਪੁੱਠ ਲੱਗੀ ਹੋਈ ਜ਼ਹਿਰ ਦੀ। ਉਹ ਹਟੀ ਨਹੀਂ, ਉਹਨੇ ਉੱਪਰੋਂ ਲਾਈ ਤੇ ਜਦੋਂ ਉਹਨੇ ਕੱਢੀ ਬਾਹਰ ਤੇ ਉਹਦੇ ਹੱਥ ਤੋਂ ਖਿਸਕੀ, ਰਾਜਕੁਮਾਰ ਜਿਹੜਾ ਲੇਟਿਆ ਹੋਇਆ ਸੀ ਉਹਦੇ ਪੇਟ ਵਿੱਚ ਵੱਜੀ। ਲੱਗੀ ਉਹ ਤਾਂ ਥੋੜੀ, ਪਰ ਜ਼ਹਿਰ ਬੜਾ ਘਣਾ, ਬੜਾ ਕਿਤੇ ਪੁਖਤਾ ਲੱਗਾ ਹੋਇਆ ਸੀ। ਉਸੇ ਵਕਤ ਹੀ ਉਸ ਰਾਜਕੁਮਾਰ ਪ੍ਰਾਣ ਤਿਆਗ ਗਿਆ। ਉਹਨੇ ਵੇਖਿਆ ਮੇਰੇ ਕੋਲ ਤਾਂ ਮੇਰੇ ਪਤੀ ਦਾ ਕਤਲ ਹੋ ਗਿਆ। ਸੱਜ ਵਿਆਹੀ ਬੀਬਾ ਆਈ ਸੀ ਉਹ। ਉਹਨੇ ਕਿਹਾ ਹੁਣ ਕੀ ਕਰਾਂ? ਵੇਖਿਆ ਸਾਹਮਣੇ ਮੇਰਾ ਕਮਰਾ ਸੀ, ਬਾਹਰ ਨਿਕਲ ਕੇ ਰੌਲਾ ਪਾਤਾ, ਇਸ ਸਾਧੂ ਨੇ ਮੇਰੇ ਪਤੀ ਦਾ ਕਤਲ ਕਰ ਦਿੱਤਾ ਹੈ, ਆਹ ਕਟਾਰ ਇਹਦੇ ਪੇਟ 'ਚ ਮਾਰ ਦਿੱਤੀ ਹੈ, ਮੇਰੇ ਫੜਦਿਆਂ ਕਤਲ, ਇਹ ਦੋਸ਼ ਲਾ ਦਿੱਤਾ। ਕਹਿੰਦੇ ਫਿਰ ਅੱਗੇ ਦੱਸ ਬਈ। ਕਹਿੰਦਾ ਜੀ ਉਹ ਰਾਜੇ ਨੇ ਪਕੜਿਆ, ਤੂੰ ਏਡਾ ਵੱਡਾ ਕਾਂਡ ਕੀਤਾ, ਸਾਧੂ ਹੋ ਕੇ ਐਸਾ ਕਰਮ? ਮੈਂ ਤੇ ਬੰਦਗੀ ਵਾਲੀ ਰੂਹ ਮੰਨ ਕੇ ਲਿਆਇਆ ਸਾਂ, ਇਹ ਕੀ ਕੀਤਾ? ਕਿਸੇ ਨੇ ਆਖਿਆ ਜੀ ਇਹਨੂੰ ਕਤਲ ਕਰ ਦਿਓ, ਕਿਸੇ ਕਿਹਾ ਸਿਰ ਕਲਮ ਕਰ ਦਿਓ। ਉਹ ਕਹਿੰਦਾ ਨਹੀਂ, ਇਹਨੂੰ ਐਸੀ ਸਜ਼ਾ ਦੇਵਾਂਗਾ ਸਾਰੀ ਉਮਰ ਯਾਦ ਰੱਖੇਗਾ। ਜਿਸ ਹੱਥ ਦੇ ਨਾਲ ਇਹਨੇ ਮੇਰੇ ਪੁੱਤਰ ਨੂੰ ਛੁਰਾ ਮਾਰਿਆ, ਇਹ ਕਟਾਰ ਮਾਰੀਏ, ਇਹ ਤਲਵਾਰ ਮਾਰੀ, ਉਹ ਬਾਹ ਮੋਢੇ ਤੋਂ ਵੱਢ ਦਿਓ ਤੇ ਧੱਕੇ ਮਾਰ ਕੇ ਰਾਜ ਚੋਂ ਬਾਹਰ ਕੱਢ ਦਿਓ। ਐਸਾ ਹੋਇਆ ਜਲਾਦ ਨੇ ਨਪੀੜਿਆ, ਪਕੜਿਆ, ਜ਼ੋਰ ਦੀ ਇੱਥੇ ਵਾਰ ਕੀਤਾ, ਮੇਰੀ ਬਾਹ ਧੜ ਨਾਲੋਂ ਅਲੱਗ ਕਰ ਦਿੱਤੀ ਤੇ ਧੱਕੇ ਮਾਰ ਕੇ ਕੱਢ ਦਿੱਤਾ। ਵੱਡੇ ਮਹਾਤਮਾ ਸਾਧੂ ਪੁਰਖ ਕਹਿੰਦੇ ਇਹ ਉਹ ਜਿਹੜੀ ਗਾਂ ਵੱਲ ਇਸ਼ਾਰਾ ਕੀਤਾ ਸੀ ਵੀ ਇੱਧਰ ਨੂੰ ਗਈ ਹੈ, ਉਹ ਗਾਂ ਪਕੜ ਲਈ ਉਸ ਜਲਾਦ ਨੇ, ਉਸ ਪਾਪੀ ਨੇ, ਉਹਨੇ ਗਾਂ ਵੱਢ ਦਿੱਤੀ। ਕਹਿੰਦੇ ਉਹ ਜਿਹੜੀ ਇਸਤਰੀ ਸੀ, ਮਹਾਂਪੁਰਖ ਕਹਿੰਦੇ ਉਹ ਗਾਂ ਬਣ ਕੇ ਆਈ, ਉਹਨੇ ਉਹ ਕਰਮ ਕੀਤਾ, ਕਰਮ ਤੇਰੇ ਤੇ ਪਾਇਆ, ਉਹਨੇ ਆਪਣਾ ਤੇਰਾ ਹਿਸਾਬ ਚੁਕਾ ਦਿੱਤਾ ਹੈ। ਪਰਮੇਸ਼ਰ ਬੜਾ ਵੱਡਾ, ਜੋ ਕਰਮ ਕਰੋਗੇ ਵੱਢਣਾ ਪਏਗਾ। ਇਹਦੇ 'ਚ ਦੋਸ਼ ਨਾ ਦੇ, ਜਿਹੜਾ ਤੇਰੀ ਬਾਹ ਨੇ ਇਹ ਕਰਮ ਬੀਜਿਆ ਸੀ ਵੀ ਇੱਧਰ ਨੂੰ ਗਈ ਹੈ, ਇਸ਼ਾਰਾ ਦਿੱਤਾ ਸੀ। ਉਹ ਕਸਾਈ ਨੇ ਉਹ ਗਾਂ ਵੱਢ ਦਿੱਤੀ, ਉਹ ਜਿਹੜਾ ਕਰਮ ਬੀਜਿਆ ਸੀ, ਇਸ ਕਰਕੇ ਬਾਹ ਮੋਢੇ ਤੋਂ ਰਾਜੇ ਨੇ ਕਟਾ ਦਿੱਤੀ। ਚੰਗਾ ਕੀਤਾ ਹੋਇਆ ਕਰਮ ਉਹ ਫਲ ਕੇ ਅੱਗੇ ਆਉਂਦਾ ਹੈ, ਉਹਦਾ ਚੰਗਾ ਕਿਤੇ ਨਾ ਕਿਤੇ ਵਿਧ ਬਣਦੀ ਏ ਤੇ ਫਲ ਮਿਲ ਜਾਂਦਾ ਹੈ। ਜਿਹੜਾ ਬੁਰਾ ਕੀਤਾ ਹੋਇਆ ਕਰਮ ਉਹ ਵੀ ਅੱਗੇ ਆਉਂਦਾ ਹੈ, ਉਹ ਸਾਨੂੰ ਵੱਢਣਾ ਪੈਂਦਾ ਹੈ। ਆਖਿਆ ਹੁਣ ਬੰਦਗੀ ਕਰ,
ਪਿਛਲੇ ਕੀਤੇ ਹੋਏ ਦਾ ਵੀ ਪਛਤਾਤਾਪ ਕਰ। ਵੇਖੋ ਬੰਦਗੀ ਕਰਦਿਆਂ, ਵਾਹਿਗੁਰੂ ਨੂੰ ਜਪਦਿਆਂ, ਸੇਵਾ ਕਮਾਉਂਦਿਆਂ, ਭਾਉ ਟਹਿਲ ਕਰਦਿਆਂ ਹੋਇਆਂ ਦਾਵਾ ਨਹੀਂ ਕੋਈ ਕਿਦਨ ਭਾਗ ਲੱਗੇਗਾ। ਜਨਮ ਵੀ ਲੱਗ ਸਕਦੇ ਐ, ਖਿਣ ਵਿੱਚ ਵੀ ਗੱਲ ਬਣ ਸਕਦੀ। ਚੰਗੇ ਕਰਮ ਬੀਜਦੇ ਰਹੋ, ਫਲ ਚੰਗਾ ਜ਼ਰੂਰ ਮਿਲੇਗਾ। ਬਾਣੀ ਪੜ੍ਹਦੇ ਰਹੋ, ਕਹਿੰਦੇ ਜੀ ਟਾਈਮ ਨਹੀਂ, ਯਾਦ ਕਰੋ, ਚੇਤੇ ਕਰੋ ਬਾਣੀ, ਜਿੱਥੇ ਮਰਜ਼ੀ ਪੜ੍ਹਦੇ ਰਹੋ। ਇਹਦਾ ਕੀ ਫਾਇਦਾ ਜੀ? ਤੇ ਗੁਰੂ ਸਾਹਿਬ ਕਹਿੰਦੇ ਵੀ 8 ਪੈਰ ਆਰਾਧੋ ਪਿਆਰੇ, 8 ਪੈਰ ਜਪੋ। ਗੁਰੂ ਸਾਹਿਬ ਕਹਿੰਦੇ ਮਾਰਗ ਚਲਤ ਹਰੇ ਹਰ ਗਾਈਏ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਹੀ ਧਿਆਓ। ਬੇਅੰਤ ਪ੍ਰਮਾਣ ਨੇ ਗੁਰਬਾਣੀ ਦੇ। ਫਿਰ ਜੀ ਉਹ ਪੜ੍ਹੀ ਜਾਂਦੇ, ਜਿਹੜਾ ਉਹਦੇ ਤੇ ਚਿੱਤ ਤੇ ਜੁੜਦਾ ਨਹੀਂ। ਤੇ ਮਾਨਨੀਏ ਗਿਆਨੀ ਸੰਤ ਸਿੰਘ ਜੀ ਮਸਕੀਨ ਕਹਿੰਦੇ ਸੀ, ਬਾਣੀ ਪੜ੍ਹਨੀ ਚਿੱਤ ਨੂੰ ਟਿਕਾਣ ਵਾਸਤੇ। ਜੇ ਚਿੱਤ ਟਿਕ ਗਿਆ ਨਾ, ਫਿਰ ਤੁਹਾਨੂੰ ਨਹੀਂ ਪੜ੍ਹਨ ਦੀ ਲੋੜ, ਫਿਰ ਤੇ ਬਾਣੀ ਆਪਣੇ ਆਪ ਚੱਲ ਪੈਂਦੀ। ਕਰਮ ਚੰਗਾ ਕਰਦੇ ਰਹੋ, ਭਾਗ ਜ਼ਰੂਰ ਲੱਗੇਗਾ। ਕਰਮ ਮਾੜਾ ਕੀਤਾ ਹੈ ਤੇ ਫਲ ਜ਼ਰੂਰ ਮਿਲਣਾ ਹੈ। ਗੁਰੂ ਸਾਹਿਬ ਨੇ ਆਖਿਆ, ਬਾਬਾ ਫਰੀਦ ਸਾਹਿਬ ਦੇ ਸ਼ਲੋਕ ਨੇ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾਹ। ਫਿਰ ਆਖਿਆ, ਅਮਲ ਜੇ ਕੀਤੇ ਦੁਨੀ ਵਿੱਚ ਸਿਹਤ ਦਰਗੇ ਉਹ ਗਾਹ। ਚੰਗੇ ਕਰਮ ਵੀ ਪ੍ਰਗਟ ਹੋਣਗੇ, ਮੰਦੇ ਕਰਮਾਂ ਦੀ ਸਜ਼ਾ ਵੀ ਮਿਲੇਗੀ। ਫਰੀਦਾ ਵੇਖ ਕਪਾਹੈ ਜੇ ਥੀਆ, ਜੇ ਸਿਰ ਥੀਆ ਤਿਲਾ। ਕਮਾਦੇ ਅਰ ਕਾਗਦੇ ਕੁੰਨੇ ਕੋਇਲਿਆ। ਮੰਦੇ ਅਮਲ ਕਰਿੰਦਿਆਂ ਇਹ ਸਜਾਏ ਤਿਨਾ। ਮੰਦੇ ਕਰਮ ਕਰਦਿਆਂ ਸਜ਼ਾ ਜ਼ਰੂਰ ਅਵਸ਼ ਮਿਲੇਗੀ। ਇਸ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਇਆ, ਕਤਿਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕੱਤੇ ਦੇ ਮਹੀਨੇ 'ਚ ਜੋ ਕਰਮ ਕਮਾਏਗਾ ਉਹਦਾ ਫਲ ਮਿਲੇਗਾ, ਫਿਰ ਕਿਸੇ ਹੋਰ ਦੇ ਦੋਸ਼ ਨਾ ਦੇਈ। ਚੰਗੇ ਕਰਮ ਕਰ, ਚੰਗਾ ਫਲ ਮਿਲੇਗਾ। ਬੁਰੇ ਕਰਮ ਕੀਤੇ ਨੇ ਤੇ ਬੁਰਾ ਫਲ ਮਿਲਿਆ, ਫਿਰ ਕਿਸੇ ਦੇ ਦੋਸ਼ ਨਾ ਅਰਪਣ ਕਰ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਰੱਬ ਨੂੰ ਭੁੱਲ ਜਾਈਏ, ਸਾਰੇ ਰੋਗ ਖੜੇ ਹੋ ਜਾਂਦੇ। ਪਰਿਵਾਰ ਦੇ ਰੋਗ ਨੇ, ਮਾਨਸਿਕ ਰੋਗ ਨੇ, ਸਰੀਰ ਦੇ ਰੋਗ ਨੇ, ਰੋਗ ਉਤਪੰਨ ਹੋ ਜਾਂਦੇ। ਸਰੀਰ ਨੂੰ ਰੋਗ ਜਪਣ ਵਾਲੇ ਨੂੰ ਵੀ ਲੱਗਦਾ ਹੈ, ਪਰ ਉਹਨੂੰ ਉਹਦੇ ਵਿੱਚ ਵੀ ਰਸ ਹੁੰਦਾ ਹੈ। ਸੱਚੀ ਗੱਲ ਹੈ। ਉਹ ਭੁੱਲ ਜਾਂਦਾ ਜਪਦਿਆਂ ਜਪਦਿਆਂ ਵੀ ਮੈਂ ਕਿੱਥੇ ਆ। ਬੇਬਲ ਉਹ ਹੁੰਦੇ ਨੇ ਜਿਨ੍ਹਾਂ ਨੇ ਰੱਬ ਵਾਲੇ ਪਾਸੋਂ ਪਾਸਾ ਵੱਟ ਲਿਆ, ਪਰਮੇਸ਼ਰ ਤੇ ਭੁੱਲਿਆ। ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਪਰਮੇਸ਼ਰ ਤੇ ਭੁੱਲਿਆ। ਖਸਮ ਵਿਸਾਰ ਖੁਆਰੀ ਕੀਨੀ, ਤ੍ਰਿਗ ਜੀਵਨ ਨਹੀਂ ਰਹਿਣਾ। ਬੇਅੰਤ ਪ੍ਰਮਾਣ ਗੁਰਬਾਣੀ ਵਿੱਚ ਆਉਣਗੇ। ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਦੂਜੇ ਪਹਿਰੇ ਰਹਿਣ ਕੇ ਵਣਜਾਰਿਆ, ਮਿੱਤਰਾ ਵਿਸਰ ਗਿਆ ਧਿਆਨ। ਦੀਪਾਲਪੁਰ ਦੇ ਕੋੜੀ ਨੂੰ ਜਦੋਂ ਨਿਹਾਲ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਉਹਨੇ ਆਖਿਆ, ਬਾਬਾ ਮੈਨੂੰ ਰੋਗ ਕਿਉਂ ਲੱਗਾ? ਤੇ ਹਜ਼ੂਰ ਕਹਿੰਦੇ ਨੇ, ਤੈਨੂੰ ਕੱਲੇ ਨੂੰ ਕੋੜ ਦਾ ਰੋਗ ਨਹੀਂ, ਕਮਲਿਆ ਜੀਓ ਤਪਤ ਹੈ ਬਾਰੋ ਬਾਰ। ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ। ਜਿਹਨੂੰ ਰੱਬ ਵਿਸਰਿਆ ਹੈ, ਜਿਉਂ ਪੱਕਾ ਰੋਗੀ ਬਿਲ ਲਾਏ, ਉਹ ਪੱਕੇ ਕੋੜ ਦੇ ਰੋਗ ਨੂੰ ਮਿਲਕਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਰੱਬ ਨੂੰ ਜੇ ਭੁਲਾ ਬਈਏ, ਫਿਰ ਸਾਰੇ ਰੋਗ ਆ ਕੇ ਗ੍ਰਸ ਲੈਂਦੇ ਨੇ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਰੱਬ ਵੱਲੋਂ ਜੇਕਰ ਰਾਮ ਵੱਲੋਂ ਬੇਮੁਖ ਹੋ ਗਏ, ਜਨਮਾਂ ਜਨਮੋਤਰਾਂ ਦੇ ਵਿਛੋੜੇ ਪੈ ਜਾਂਦੇ, ਵਿਜੋਗ ਲੱਗ ਜਾਂਦੇ ਨੇ। ਰੱਬ ਨੂੰ ਵਾਹਿਗੁਰੂ ਨੂੰ ਜਪਦੇ ਰਹੋ, ਮਤਾਂ ਕਿਤੇ ਵਿਛੋੜਾ ਨਾ ਪੈ ਜਾਏ। ਜੇ ਰੱਬ ਪਰਮੇਸ਼ਰ ਵਾਹਿਗੁਰੂ ਦੀ ਯਾਦ ਨਹੀਂ ਹੈ, ਤੇ ਹਜ਼ੂਰ ਕਹਿੰਦੇ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਮਾਇਆ ਦੇ ਅਡੰਬਰ ਤੇ ਬਹੁਤ ਇਕੱਠੇ ਕੀਤੇ, ਬਹੁਤ ਅਡੰਬਰ ਕੀਤਾ ਮਾਇਆ ਵਾਸਤੇ, ਭੰਡਾਰ ਬੜੇ ਇਕੱਠੇ ਕੀਤੇ, ਪਰ ਉਹ ਮਾਇਆ ਦੇ ਜਿਹੜੇ ਭੰਡਾਰ ਸਨ, ਖਿਨ ਵਿੱਚ ਕੌੜੇ ਹੋ ਜਾਂਦੇ ਨੇ ਜੇ ਰੱਬ ਦੀ ਯਾਦ ਨਹੀਂ। ਮਾਇਆ ਵੀ ਸੁਹਾਵਣੀ ਤਾਂ ਹੁੰਦੀ ਹੈ ਜੇ ਪਰਮੇਸ਼ਰ ਦੀ ਯਾਦ ਕੋਲ ਹੈ। ਵੱਡੇ ਵੱਡੇ ਲੋਕ ਨੇ ਜਿਹੜੇ ਮਾਇਆ ਧਾਰੀ ਨੇ, ਰੋਂਦੇ ਹੋਏ ਨਜ਼ਰ ਪਏ ਨੇ। ਇਹ ਸੰਸਾਰ ਦੀ ਅਸਲੀਅਤ ਹੈ। ਵੱਡੇ ਵੱਡੇ ਜੋ ਦਿਸੈ ਲੋਗ, ਤਿਨ ਕੋ ਵਿਆਪੇ ਚਿੰਤਾ ਰੋਗ। ਵੱਡੇ ਵੱਡੇ ਮਾਇਆ ਧਾਰੀ ਆਪਣੇ ਪਦਾਰਥਾਂ ਮਾਇਆ ਕਰਕੇ ਹੀ ਦੁਖੀ ਨੇ। ਮਾਇਆ ਦੇ ਕਾਰਨ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ, ਐਸੀ ਜ਼ਮੀਨ ਜਾਇਦਾਦ ਨੂੰ ਕੀ ਕਰਨਾ ਸੀ। ਖਿਨਵੇਂ ਕੌੜੇ ਹੋਏ ਗਏ
ਜਿਤੜੇ ਮਾਇਆ ਭੋਗ, ਜਿਹੜੇ ਮਾਇਆ ਦੇ ਭੰਡਾਰ ਇਕੱਠੇ ਕੀਤੇ ਸੀ, ਖਿੰਨ ਵਿੱਚ ਕੌੜੇ ਹੋ ਗਏ। ਵਿੱਚ ਨਾ ਕੋਈ ਕਰ ਸਕੈ ਕਿਸਥੈ ਰੋਵੇ ਰੋਜ਼। ਹੁਣ ਕਿੱਥੇ ਜਾ ਕੇ ਨਿਤਾ ਪ੍ਰਤੀ ਰੋਏਗਾ? ਕਿਸੇ ਨੇ ਵਿੱਚ ਨਹੀਂ ਕਰਨਾ। ਵਿੱਚ ਦਾ ਭਾਵ ਵਿਚੋਲਾ, ਵਿਚੋਲਾਪਣ ਕਿਸੇ ਨਹੀਂ ਕਰਨਾ। ਤੈਨੂੰ ਕਿਸੇ ਰੱਬ ਨਾਲ ਨਹੀਂ ਮਿਲਾਉਣਾ, ਕਿਉਂਕਿ ਤੇਰਾ ਕਰਮ ਹੀ ਮਾੜਾ ਹੈ। ਆਪਣੇ ਕਰਮਾਂ ਫਤਿਏ ਤੈਨੂੰ ਕੌਣ ਛਡਾਏ? ਉਹ ਜਿੰਦੇ ਤੂੰ ਕਰਮ ਐਵੇਂ ਦੇ ਕੀਤੇ ਨੇ, ਆਪਣੇ ਕਰਮਾਂ ਦੇ ਕਾਰਨ ਫਸੀ। ਕੌਣ ਹੁਣ ਤੇਰੀ ਬਾਹ ਫੜੇ? ਕਿਸੇ ਨਹੀਂ ਫੜਨਾ, ਕਿਸੇ ਨੇ ਬਾਹ ਨਹੀਂ ਫੜਾਉਣੀ ਤੈਨੂੰ। ਕੀਤਾ ਕਿਛੂ ਨਾ ਹੋਵੇ ਲਿਖਿਆ ਤੁਰ ਸੰਜੋਗ। ਉਹ ਤੇਰੇ ਭਾਈ ਮਾੜੇ ਕਰਮ ਨੇ, ਤੁਰ ਸੰਜੋਗ ਤੋਂ ਲਿਖੇ ਹੋਏ ਮਾੜੇ ਕਰਮ ਆਏ ਨੇ। ਇਸ ਵਾਸਤੇ ਹੁਣ ਕੀਤਾ ਤੇਰਾ ਕੁਝ ਨਹੀਂ ਹੋਣਾ। ਜਿੰਨਾ ਮਰਜੀ ਹੱਥ ਪੱਲਾ ਬਹੁਤ ਮਾਰਦਾ, ਪਰ ਕੋਈ ਲਾਭ ਨਹੀਂ, ਕਿਉਂਕਿ ਲਿਖਿਆ ਤੁਰ ਸੰਜੋਗ। ਪੂਰਬਲੇ ਭਾਗ ਹੀ ਇਹਨਾਂ ਦੇ ਲਿਖਾ ਕੇ ਆਇਆ। ਭਾਗ ਮਾੜੇ ਨੇ, ਇੱਥੇ ਮੱਥਾ ਟੇਕੋ ਭਾਵਨਾ ਨਾਲ। ਮੈਂ ਬੇਨਤੀ ਕਰਦਾ ਹੁੰਦਾ, ਪੁੱਠੇ ਭਾਗ ਵੀ ਸਿੱਧੇ ਹੋ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ, ਅਪੁਸ਼ਟ ਬਾਤ ਤੇ ਪਈ ਸਿਧਰੀ, ਦੂਤ ਦੁਸ਼ਟ ਸਜਣਈ। ਦੂਤ ਦੁਸ਼ਟ ਵੀ ਸੱਜਣ ਹੋ ਜਾਂਦੇ। ਕਾਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਹਿੰਦਾ ਹੈ, ਮਹਾਰਾਜ ਤੁਹਾਡੇ ਸਿੱਖ ਮੱਥਾ ਕਿਉਂ ਤੁਹਾਨੂੰ ਟੇਕਦੇ ਨੇ? ਹਜੂਰ ਨੇ ਇੱਕ ਮੋਹਰ ਫੜਾਈ, ਆਖਿਆ ਕਾਜੀ ਜੀ ਫਿਰ ਜਵਾਬ ਦਿਆਂਗੇ, ਪਹਿਲਾਂ ਦੇ ਅੱਖਰ ਪੜ੍ਹ ਕੇ ਸੁਣਾਓ। ਕਹਿੰਦਾ ਜੀ ਤੇ ਪੁੱਠੇ ਨੇ ਪੜ੍ਹੇ ਨਹੀਂ ਜਾਂਦੇ। ਸਤਿਗੁਰੂ ਕਹਿੰਦੇ ਸ਼ਾਹੀ ਲਿਆਓ ਬਈ, ਸ਼ਾਹੀ ਚ ਭਗੋ ਕੇ ਕਾਗਜ਼ ਲੈ ਕੇ ਹੁਣ ਪੜੋ। ਕਹਿੰਦੇ ਜੀ ਹੁਣ ਪੜ੍ਹੇ ਜਾਂਦੇ। ਸਤਿਗੁਰੂ ਕਹਿੰਦੇ ਨੇ ਪੁੱਠੇ ਭਾਗ ਨੇ, ਮੱਥਾ ਨਹੀਂ ਠੀਕ, ਭਾਗ ਮੰਦੇ ਨੇ। ਜਦੋਂ ਸਿੱਖ ਗੁਰੂ ਦੇ ਚਰਨਾਂ 'ਚ ਮੱਥਾ ਰੱਖਦਾ ਹੈ ਨਾ, ਉਹ ਪੁੱਠੇ ਭਾਗ ਸਿੱਧੇ ਹੋ ਜਾਂਦੇ। ਭਾਗ ਬਦਲਦੇ ਨੇ। ਚੰਗੇ ਕਰਮ ਕਮਾਉਣ ਦੇ ਨਾਲ, ਗੁਰੂ ਦੇ ਹਜ਼ੂਰ ਆਉਣ ਨਾਲ, ਬਾਣੀ ਪੜ੍ਹਨ ਨਾਲ ਮੱਥੇ ਦੀਆਂ ਰਖਾਵਾਂ ਬਦਲ ਜਾਂਦੀਆਂ। ਪਰ ਜੇਕਰ ਨਹੀਂ ਕਮਾਇਆ, ਲਿਖਿਆ ਤੁਰ ਸੰਜੋਗ, ਜੋ ਤੁਰ ਸੰਜੋਗ ਲਿਖਾ ਕੇ ਆਏ ਆ, ਉਹ ਫਿਰ ਦੁੱਖ ਸੁੱਖ ਲੈ ਰਹੇ ਆ। ਬਈ ਜੇਕਰ ਗੁਰੂ ਕਿਰਪਾ ਕਰਦੇ, ਮੰਦ ਕਰਮ ਹੋਣ, ਪਰ ਆ ਰਹਿਮਤ ਹੋ ਜਾਣਾ, ਵਡਭਾਗੀ ਮੇਰਾ ਪ੍ਰਭ ਮਿਲੇ। ਜਿਨ੍ਹਾਂ ਤੇ ਕਿਰਪਾ ਹੋਈ, ਵੱਡਿਆਂ ਭਾਗਾਂ ਸਰਕਾ। ਵੱਡਿਆਂ ਭਾਗਾਂ ਨਾਲ ਜੇ ਕਿਸੇ ਨੂੰ ਪ੍ਰਭੂ ਮਿਲ ਜਾਏ ਤਾਂ ਉਤਰੇ ਸਭ ਵਿਯੋਗ, ਉਹਦੇ ਸਾਰੇ ਦੁੱਖ ਕਲੇਸ਼ ਝੂਰੇ, ਚਿੰਤਾ ਫਿਰ ਫਿਕਰ ਖਤਮ ਹੋ ਜਾਂਦੇ। ਲਾਸਟ ਦੀਆਂ ਪੰਕਤੀਆਂ ਨੇ, ਨਾਨਕ ਕਉ ਪ੍ਰਭ ਰਾਖ ਲਹਿ ਮੇਰੇ ਸਾਹਿਬ ਬੰਦੀ ਮੋਜ। ਕਿਰਪਾ ਕਰੋ हे ਪ੍ਰਭੂ, ਬੰਧਨਾਂ ਨੂੰ ਮੋਚਣ ਵਾਲੇ, ਬੰਧਨਾਂ ਤੋਂ ਮੁਕਤ ਕਰਨ ਵਾਲੇ, हे ਮੇਰੇ ਪਰਮੇਸ਼ਵਰ ਪ੍ਰਭੂ ਪਰਮਾਤਮਾ, ਪ੍ਰਭ ਰਾਖ ਲਿਹੋ। ਨਾਨਕ ਕੋ ਪ੍ਰਭ ਰਾਖ ਲਿਹੇ। ਕਿਰਪਾ ਕਰੋ ਸਾਡੇ ਵਿਹਿਤ। ਜਿਗਿਆਸੂਵਤ ਹੋ ਕੇ ਗੁਰੂ ਸਾਹਿਬ ਅਰਦਾਸ ਕਰਦੇ ਨੇ, ਆਖੋ ਵੀ हे ਪ੍ਰਭੂ ਸਾਨੂੰ ਕਿਰਪਾ ਕਰਕੇ ਰੱਖ ਲਓ। ਜਦੋਂ ਅਰਦਾਸ ਜੋੜਤੀ ਬੇਨਤੀ ਜੋਦੜੀ ਕਰੋਗੇ, ਫਿਰ ਸਾਹਿਬ ਕਹਿੰਦੇ ਉਤਰੇ ਸਭ ਵਿਯੋਗ, ਸਾਰੇ ਦੁੱਖ ਕਲੇਸ਼ ਝੋਰੇ ਫਿਰ ਮੁੱਕ ਜਾਣਗੇ। ਕਤਿਕ ਹੋਵੇ ਸਾਧ ਸੰਗ ਬਿਨਸੈ ਸਭੇ ਸੂਝ। ਕੱਤੇ ਦੇ ਮਹੀਨੇ 'ਚ ਜੇ ਕਿਸੇ ਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਵੇ, ਫਿਰ ਸਾਰੀਆਂ ਸੋਚਾਂ ਝੋਰੇ, ਦੁੱਖ ਕਲੇਸ਼ ਨਿਪਟ ਜਾਂਦੇ ਨੇ, ਖਤਮ ਹੋ ਜਾਂਦੇ ਨੇ। ਇਸ ਵਾਸਤੇ ਸਾਧ ਸੰਗਤ ਕਰੋ, ਚੰਗੇ ਕਰਮ ਕਮਾਓ। ਗੁਰੂ ਅਰਜਨ ਦੇਵ ਮਹਾਰਾਜ ਜੀ ਸੰਪੂਰਨ ਇਸ ਸ਼ਬਦ ਦਾ ਸਿੱਟਾ ਇਹ ਦੱਸਦੇ ਨੇ, ਤਤਸਾਰ ਦੀ ਬਾਤ ਇਹ ਕਹਿੰਦੇ ਨੇ ਕਿ ਆਪਣੇ ਜੀਵਨ ਵਿੱਚ ਕਦੇ ਵੀ ਮੰਦੇ ਪਾਸੇ ਨਹੀਂ ਜਾਣਾ। ਚੰਗੇ ਕਰਮ ਕਮਾਉਣੇ ਨੇ, ਬਾਣੀ ਪੜੋ, ਸਿਮਰਨ ਕਰੋ, ਵਡਭਾਗੀ ਬਣੋਗੇ, ਵੱਡੇ ਭਾਗ ਹੋਣਗੇ। ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਮਿਲਾਪ ਹੋਏਗਾ। ਦੁਨੀਆ ਤੋਂ ਜਾਂਦਿਆਂ ਹੋਏ ਫਿਰ ਸਾਹਿਬ ਕਹਿੰਦੇ ਨੇ, ਸਫਲ ਸਫਲ ਪਈ ਸਫਲ ਯਾਤਰਾ। ਦੁਨੀਆ ਵਿੱਚ ਵੀ ਸਫਲ, ਅੱਗੇ ਦਰਗਾਹ ਵਿੱਚ ਵੀ ਥਾਂ ਮਿਲਦੀ ਹੈ। ਸੰਸਾਰ 'ਚ ਆਈ ਇਸੇ ਵਾਸਤੇ ਪ੍ਰਵਾਨ ਹੋ ਜਾਈਏ। ਪ੍ਰਵਾਨ ਹੋਏ ਫਿਰ ਦੁਨੀਆ ਦੇ ਸਭੇ ਪਦਾਰਥ